ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਦੇ ਸਮੇਂ ਦੀ ਇੱਕ ਮੁੱਖ ਲੋੜ ਹੁੰਦੀ ਹੈ ਬਿਜਲੀ। ਪਿੱਛੇ ਜਿਹੇ ਪੰਜਾਬ ਦੇ ਵਿੱਚ ਕੋਲਾ ਸੰਕਟ ਰਿਹਾ ਹੈ ਤੇ ਕੋਲੇ ਸੰਕਟ ਦੇ ਕਾਰਨ ਕਿਸਾਨਾਂ ਨੂੰ ਵੀ ਇੱਕ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਪਾਵਰ ਕੱਟ ਜਿਹੜੇ ਸੀਗੇ ਵੱਡੇ ਪੱਧਰ ਤੇ ਲੱਗਦੇ ਰਹੇ ਨੇ। ਉਸ ਬਿਜਲੀ ਦੀ ਲੋੜ ਦਾ ਇੱਕ ਮੁੱਖ ਹੱਲ ਜਿਹੜਾ ਹੈ ਉਹ ਸੋਲਰ એનર્ਜੀ ਦੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਸੋਲਰ ਪਾਵਰ ਦੇ ਨਾਲ ਮੋਟਰਾਂ ਕਿਸਾਨ ਚਲਾ ਰਹੇ ਨੇ, ਜਿਹਦੇ ਨਾਲ ਉਹਨਾਂ ਦਾ ਆਰਥਿਕ ਖਰਚਾ ਤਾਂ ਇੱਕ ਵੱਡੇ ਪੱਧਰ ਤੇ ਬਚਾਅ ਹੁੰਦਾ ਹੈ, ਨਾਲ ਵਾਤਾਵਰਣ ਦੀ ਜਿਹੜੀ ਹੈ ਦੂਸ਼ਿਤ ਹੋਣ ਤੋਂ ਵੀ ਬਚਾਅ ਹੁੰਦਾ ਹੈ। ਕਿਉਂਕਿ ਬਿਜਲੀ ਦੀ ਕਮੀ ਦੇ ਕਾਰਨ ਕਈ ਵਾਰ ਕਿਸਾਨਾਂ ਨੂੰ ਜਿਹੜੇ ਨੇ ਜਨਰੇਟਰ ਵਗੈਰਾ ਜਾਂ ਡੀਜ਼ਲ ਇੰਜਣ ਵਰਤਣੇ ਪੈਂਦੇ ਨੇ, ਤੇ ਉਹਦੇ ਨਾਲ ਪੋਲਿਊਸ਼ਨ ਦੀ ਵੀ ਇੱਕ ਵੱਡੀ ਸਮੱਸਿਆ ਹੈ। ਔਰ ਨਾਲ ਦੀ ਨਾਲ ਕਿਸਾਨਾਂ ਦਾ ਇਸ ਦੌਰਾਨ ਖਰਚਾ ਵੀ ਇੱਕ ਵੱਡੇ ਪੱਧਰ ਦਾ ਖਰਚਾ ਹੁੰਦਾ ਹੈ, ਕਿਉਂਕਿ ਡੀਜ਼ਲ ਦੇ ਰੇਟ ਜਿਹੜੇ ਨੇ ਉਹ ਦਿਨੋਂ ਦਿਨ ਵੱਧਦੇ ਜਾ ਰਹੇ ਨੇ। ਐਸਾ ਹੀ ਇੱਕ ਪ੍ਰੋਜੈਕਟ ਅਸੀਂ ਅੱਜ ਇੱਥੇ ਦੇਖਿਆ, ਉਹ ਪ੍ਰੋਜੈਕਟ ਨਾਲ ਤੁਹਾਨੂੰ ਅਸੀਂ ਜਾਣੂ ਕਰਾਉਂਦੇ ਹਾਂ। ਇਹ ਜੋ ਸਾਡੇ ਪਿੱਛੇ ਤੁਸੀਂ ਦੇਖ ਰਹੇ ਹੋ, ਇਹ ਸੋਲਰ ਪ੍ਰੋਜੈਕਟ ਲੱਗਾ ਹੋਇਆ, ਇਹਦੇ ਨਾਲ ਮੋਟਰ ਚੱਲਦੀ ਆ ਔਰ ਸੋਲਰ ਪ੍ਰੋਜੈਕਟ ਦੇ ਉੱਤੇ ਮੋਟਰ ਚਲਾਈ ਜਾਂਦੀ ਹੈ। ਔਰ ਇਸ ਕਿਸਾਨ ਦਾ ਕਹਿਣਾ ਹੈ ਕਿ ਮੇਰਾ 4 ਤੋਂ 5 ਡਰਮ ਦਾ ਜਿਹੜਾ ਸੀਗਾ ਡੀਜ਼ਲ ਦਾ ਖਰਚਾ ਆ ਜਾਂਦਾ ਸੀਗਾ ਝੋਨੇ ਦੇ ਸੀਜ਼ਨ ਦੇ ਵਿੱਚ, ਤੇ ਉਹ 70% ਘਟ ਗਿਆ, ਰਿਡਿਊਸ ਹੋ ਗਿਆ। ਯਾਨੀ ਕਿ 3 ਤੋਂ 3.5 ਡਰਮ ਜਿਹੜੇ ਨੇ ਉਹਦੇ ਬਚ ਗਏ ਨੇ ਡੀਜ਼ਲ ਦੇ। ਯਾਨੀ ਕਿ ਇੱਕ ਮੋਟਾ ਜਿਹੜਾ ਖਰਚਾ ਹੋਣਾ ਸੀਗਾ ਉਹਦਾ ਬਚਾਅ ਹੋ ਗਿਆ, ਔਰ ਫ੍ਰੀ ਆਫ ਕਾਸਟ ਜਿਹੜੀ ਹੈ ਉਹਦੀ એનર્ਜੀ ਦੀ ਵਰਤੋਂ ਉਹਨੇ ਕੀਤੀ, ਬਿਜਲੀ ਬਣੀ। ਇਸ ਪ੍ਰੋਜੈਕਟ ਨੂੰ ਜਿਨ੍ਹਾਂ ਨੇ ਇੰਸਟਾਲ ਕੀਤਾ ਸੀ ਉਹ ਸਾਡੇ ਨਾਲ ਨੇ ਆਰਸੀ ਕੰਪਿਊਟਰ ਫਰਮ ਦੇ ਇੰਜੀਨੀਅਰ ਨੇ ਨਵਤੇਜ ਸਿੰਘ ਜੀ। ਇਹਨਾਂ ਤੋਂ ਹੀ ਆਪਾਂ ਜਾਣਕਾਰੀ ਸਾਰੀ ਲਵਾਂਗੇ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਕੰਮ ਕਿਸ ਤਰ੍ਹਾਂ ਕਰਦਾ ਹੈ, ਔਰ ਇਹਦੇ ਖਰਚਾ ਕਿੰਨਾ ਕੁ ਆ ਜਾਂਦਾ ਤੇ ਕਿਸਾਨ ਨੂੰ ਇਹਦਾ ਫਾਇਦਾ ਕੀ ਹੁੰਦਾ ਹੈ। ਨਵਤੇਜ ਜੀ, ਆਪਾਂ ਪ੍ਰੋਜੈਕਟ ਤੁਹਾਡਾ ਦੇਖ ਰਹੇ ਹਾਂ, ਪ੍ਰੋਜੈਕਟ ਲੱਗਾ ਹੋਇਆ, ਇਹ ਕਿੰਨੇ ਕਿਲੋਵਾਟ ਦਾ ਪ੍ਰੋਜੈਕਟ ਲੱਗਾ ਹੋਇਆ ਵਾ? ਇਹ ਸਰ 3 ਕਿਲੋਵਾਟ ਦਾ ਪ੍ਰੋਜੈਕਟ ਹੈ ਜੀ। ਬੇਸਿਕਲੀ ਇਹ ਤੇ 3 HP ਦੀ ਮੋਟਰ ਜਿਹੜੀ ਹੈ ਉਹ ਵਧੀਆ ਰਨ ਕਰਦੀ ਹੈ ਜੀ। ਔਰ ਇਹਦੇ ਵਿੱਚ ਅਸੀਂ 10 ਪੈਨਲ ਇੰਸਟਾਲ ਕਰਦੇ ਹਾਂ। ਕਈ ਫਰਮਸ ਹੈਗੀਆਂ ਜਿਹੜੀਆਂ 9 ਪੈਨਲ ਵੀ ਇੰਸਟਾਲ ਕਰਦੀਆਂ, ਬਟ ਉਹਨਾਂ ਨਾਲ ਐਫੀਸ਼ੀਐਂਸੀ ਜਿਹੜੀ ਉਹ ਪ੍ਰੋਪਰ ਨਹੀਂ ਆ ਪਾਉਂਦੀ। ਸੋ 10 ਪੈਨਲਸ ਦੇ ਨਾਲ ਜਿਹੜੀ ਮੋਟਰ ਆ ਉਹ ਮਤਲਬ ਸਫੀਸ਼ੈਂਟ ਹੈ ਉਹਦੇ ਲਈ ਕਿ ਕਾਫੀ ਸਮੂਥਲੀ ਰਨ ਕਰਦੀ ਹੈ। 3 ਕਿਲੋਵਾਟ ਦਾ ਲੋਡ ਹੈ, 3 ਕਿਲੋਵਾਟ ਦਾ ਲੋਡ ਇੱਕ ਮੋਟਰ ਨੂੰ ਚਲਾ ਰਿਹਾ ਹੈ ਜੀ। ਸਮਝਣ ਵਾਲੀ ਗੱਲ ਇੱਥੇ ਇਹ ਵੀ ਆ ਜਾਂਦੀ ਹੈ ਕਿ 3 ਕਿਲੋਵਾਟ ਦਾ ਖਰਚਾ ਵੀ ਚੰਗਾ ਹੁੰਦਾ ਹੋਵੇਗਾ, ਕਿਉਂਕਿ ਸੋਲਰ ਪ੍ਰੋਜੈਕਟ ਬਹੁਤੇ ਸਸਤੇ ਨਹੀਂ ਕਹਿ ਸਕਦੇ, ਇੱਕ ਮਹਿੰਗਾ ਪ੍ਰੋਜੈਕਟ ਹੁੰਦਾ ਹੈ। ਕਿੰਨਾ ਕੁ ਖਰਚਾ ਆ ਜਾਂਦਾ ਹੈ ਔਰ ਕਿਹੜੀਆਂ ਚੀਜ਼ਾਂ ਇਹਦੇ 'ਚ ਦੇਖਣੀਆਂ ਜ਼ਰੂਰੀ ਨੇ? ਇਹ ਵੀ ਹੁੰਦਾ ਹੈ ਕਿ ਕਿਸਾਨ ਖਰਚਾ ਤਾਂ ਪੂਰਾ ਕਰਦੇ, ਪਰ ਚੀਜ਼ ਦੀ ਕੁਆਲਿਟੀ ਨਾ ਮਿਲੇ ਤਾਂ ਫਿਰ ਤਾਂ ਉਹ ਮੈਟਰ ਨਹੀਂ ਨਾ ਕਰਦੀ ਗੱਲ। ਖਰਚਾ ਕਿੰਨਾ ਕੁ ਇਹਦੇ 'ਤੇ ਆ ਜਾਂਦਾ? ਸਰ ਤੁਹਾਡਾ ਬਹੁਤ ਵਧੀਆ ਕੁਐਸਚਨ ਆ, ਕਿਉਂ ਮੈਂ ਇਹਦੇ ਨਾਲ ਟੋਟਲੀ ਐਗਰੀ ਕਰਦਾ ਹਾਂ ਕਿ ਕਿਸਾਨ ਵੀਰ ਜਿਹੜੇ ਆ ਉਹ ਹਮੇਸ਼ਾ ਖਰਚੇ ਦਾ ਇੱਕ ਉਹਨਾਂ ਦੇ ਮਾਈਂਡ ਦੇ ਵਿੱਚ ਇੱਕ ਸੈਟਅਪ ਬਣਾ ਕੇ ਚੱਲਦੇ ਆ ਕਿ ਸਾਨੂੰ ਕਿੱਥੋਂ ਸਭ ਤੋਂ ਜ਼ਿਆਦਾ ਸਵੱਲਾ ਪੈਂਦਾ ਆ ਸੋਲਰ ਸਿਸਟਮ। ਹੁਣ ਕਈ ਕਿਸਾਨ ਵੀਰ ਇਸ ਪ੍ਰੋਜੈਕਟ ਨੂੰ 1,30,000 ਜਾਂ 40 ਦੇ ਵਿੱਚ ਹੀ ਕਰਵਾਉਣਾ ਚਾਹੁੰਦੇ ਨੇ, ਜਦ ਕਿ ਇਹਦੀ ਅਸਲ ਕੀਮਤ ਜਿਹੜੀ ਆ ਉਹ 1,60,000 ਤੋਂ ਲੈ ਕੇ 1,85,000 ਤੱਕ ਜਾਂਦੀ ਹੈ, ਅਕੋਰਡਿੰਗ ਟੂ ਮਟੀਰੀਅਲ। A ਗ੍ਰੇਡ, A+ ਗ੍ਰੇਡ, B ਗ੍ਰੇਡ, C ਗ੍ਰੇਡ, ਔਰ C ਗ੍ਰੇਡ ਤੋਂ ਥੱਲੇ ਵੀ ਇੱਕ D ਗ੍ਰੇਡ ਸਾਡੇ ਮਾਇਨੇ ਦੇ ਅੰਦਰ ਆਉਂਦਾ ਹੈ ਕਿ ਜਿਹਦੀ ਕੀਮਤ 1,30,000 ਦੇ ਆਸ-ਪਾਸ ਰਹਿ ਜਾਂਦੀ ਹੈ। ਉਹਦੇ ਵਿੱਚ ਕੀ ਹੁੰਦਾ ਹੈ ਜੀ? ਉਹਦੇ ਵਿੱਚ ਇਹ ਹੁੰਦਾ ਹੈ ਕਿ ਜਿਹੜੇ ਪੈਨਲਸ ਆ ਉਹ ਬਿਲਕੁਲ ਇੱਕ ਲੋਕਲ ਮਾਰਕੇ ਦੇ ਯੂਜ਼ ਕੀਤੇ ਜਾਂਦੇ ਆ। ਜਿਹੜੇ ਆਥੋਰਾਈਜ਼ਡ ਪੈਨਲ ਨਹੀਂ ਹੁੰਦੇ, ਜਿੱਥੇ ਉਹਨਾਂ ਨੇ ਕੋਈ ਕੁਆਲਿਟੀ ਟੈਸਟ ਨਹੀਂ NTPC ਤੋਂ ਲੈਣਾ ਹੁੰਦਾ, ਔਰ ਉਹ ਪੈਨਲ ਜਿਹੜੇ ਹੁੰਦੇ ਆ ਉਹ 3 ਤੋਂ 4 ਸਾਲ ਚੱਲਣ ਤੋਂ ਬਾਅਦ ਇੰਨੀ ਤੇਜ਼ੀ ਨਾਲ ਆਪਣਾ ਕਰੰਟ ਜਾਂ ਐਫੀਸ਼ੀਐਂਸੀ ਰਿਡਿਊਸ ਕਰਦੇ ਆ, ਘਟਾਉਂਦੇ ਆ ਉਸ ਚੀਜ਼ ਨੂੰ ਕਿ ਕਿਸਾਨ ਦੀ ਮੋਟਰ ਜਾਂ ਤਾਂ ਟੋਟਲੀ ਬੰਦ ਹੋ ਜਾਂਦੀ ਆ ਜਾਂ ਫਿਰ ਪਾਣੀ ਬਹੁਤ ਘੱਟ ਕੱਢਣਾ ਸ਼ੁਰੂ ਕਰ ਦਿੰਦੀ ਹੈ। ਔਰ ਉਸ ਤੋਂ ਬਾਅਦ ਕਿਸਾਨ ਦਾ ਕਮ ਸੇ ਕਮ ਲੱਖ ਤੋਂ 1.25 ਲੱਖ ਰੁਪਏ ਦਾ ਖਰਚਾ ਅਗਰ ਉਹ ਦੁਬਾਰਾ ਕਰਦਾ ਇਸ ਪ੍ਰੋਜੈਕਟ ਦੇ ਉੱਪਰ ਪੈਨਲ ਨਵੇਂ ਇੰਸਟਾਲ ਕਰਾਉਂਦਾ ਤਾਂ ਹੀ ਸੋਲਿਊਸ਼ਨ ਹੋਏਗਾ, ਨਹੀਂ ਤੇ ਨਹੀਂ ਹੋਏਗਾ। ਸੋ ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਜਦੋਂ ਵੀ ਸੋਲਰ ਸਿਸਟਮ ਇੰਸਟਾਲ ਕਰਾਉਣ, ਰੁਪਈਏ 30-40 ਹਜ਼ਾਰ ਦਾ ਕੋਈ ਬਾਹਲਾ ਡਿਫਰੈਂਸ ਨਹੀਂ ਹੁੰਦਾ, ਪਰ ਹਮੇਸ਼ਾ ਕੁਆਲਿਟੀ ਨੂੰ ਪ੍ਰੈਫਰੈਂਸ ਦੇਣੀ ਚਾਹੀਦੀ ਹੈ। ਇਹ ਜਿਹੜਾ ਪ੍ਰੋਜੈਕਟ ਲੱਗਾ ਹੈ, ਇਹ ਪ੍ਰੋਜੈਕਟ ਨੂੰ ਅਸੀਂ ਅੰਦਰੋਂ ਵੀ ਦੇਖਾਂਗੇ ਕਿ ਕਿਸ ਤਰ੍ਹਾਂ ਕੰਮ ਕਰਦਾ ਹੈ, ਕੀ ਇਹਦੇ ਵਿੱਚ ਤੁਸੀਂ ਲਾਉਂਦੇ ਆ। ਪ੍ਰੋਜੈਕਟ ਦੇ ਨਾਲ ਕਿਸਾਨ ਦੀਆਂ ਮੋਟਰ ਦੀ ਜ਼ਰੂਰਤ ਨੂੰ ਤਾਂ ਲਗਭਗ ਪੂਰਾ ਕਰ ਦਿੰਦਾ। ਇਹ ਕਿੰਨੇ ਕੁ ਵਜੇ ਤੋਂ ਲੈ ਕੇ ਸ਼ੁਰੂ ਹੁੰਦਾ ਤੇ ਕਿੰਨੇ ਕੁ ਵਜੇ ਤੱਕ ਸ਼ਾਮ ਨੂੰ ਚੱਲ ਜਾਂਦਾ? ਕਿਉਂਕਿ ਝੋਨੇ ਦਾ ਜਦੋਂ ਸੀਜ਼ਨ ਹੁੰਦਾ ਕਈ ਵਾਰੀ ਤੇ ਰਾਤ ਨੂੰ ਵੀ ਜਿਹੜਾ ਪਾਣੀ ਲਗਾਉਣਾ ਜ਼ਰੂਰੀ ਹੁੰਦਾ, ਤੇ ਉਸ ਸਮੇਂ ਦੇ ਦੌਰਾਨ ਤਾਂ ਇਹ ਚੱਲ ਨਹੀਂ ਸਕਦਾ। ਦਿਨੇ ਕਿੰਨਾ ਕੁ ਸਮੇਂ ਦੀ ਜਿਹੜੀ ਹੈ ਇਹ ਕਰ ਦਿੰਦਾ ਵਾ, ਲਗਾਤਾਰ ਚੱਲ ਜਾਂਦਾ? ਸਰ ਜਿਸ ਤਰ੍ਹਾਂ ਇਹ ਪ੍ਰੋਜੈਕਟ ਲੱਗਾ ਹੋਇਆ ਇਹਦੇ ਵਿੱਚ A+ ਗ੍ਰੇਡ ਦਾ ਜਿਹੜਾ ਮਟੀਰੀਅਲ ਆ ਉਹ ਯੂਜ਼ ਕੀਤਾ ਗਿਆ, ਔਰ ਇਹ ਲਗਭਗ ਗਰਮੀ ਦੇ ਦੌਰਾਨ ਸਵੇਰੇ 6:30 ਤੋਂ ਲੈ ਕੇ ਮੋਟਰ ਸਟਾਰਟ ਹੋ ਜਾਂਦੀ ਸੀਗੀ, ਔਰ 8:30 ਜਾਂ 9 ਵਜੇ ਤੱਕ ਜਿਹੜਾ ਵਾ ਉਹ ਪਾਣੀ ਦਾ ਫਲੋ ਪੂਰਾ ਪ੍ਰੋਪਰ ਫੁੱਲ ਹੋ ਜਾਂਦਾ ਸੀਗਾ 4 ਦੇ ਪਾਈਪ ਦਾ, ਤੇ ਲਗਭਗ 4-4:30 ਵਜੇ ਤੱਕ ਫੁੱਲ ਫਲੋ ਨਾਲ ਪਾਣੀ ਦਿੰਦੀ ਸੀ। ਔਰ ਉਸੇ ਤਰ੍ਹਾਂ ਹੀ ਸ਼ਾਮ ਦੇ 6:30 ਵਜੇ ਤੱਕ ਬਾਅਦ ਵਿੱਚ ਪਾਣੀ ਰਿਡਿਊਸ ਹੁੰਦਾ 6:30 ਦੇ ਆਸ-ਪਾਸ ਇਹ ਮੋਟਰ ਬੰਦ ਹੁੰਦੀ ਸੀ।
ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿੱਦਾਂ ਤੁਸੀਂ ਗੱਲ ਕੀਤੀ ਰਾਤ ਦੇ ਪਾਣੀ ਦੀ, ਬੈਨੀਫਿਟ ਹੀ ਕਿਸਾਨ ਨੂੰ ਸਭ ਤੋਂ ਵੱਡਾ ਇਹ ਹੈ ਇਹਦਾ ਸੋਲਰ એનર્ਜੀ ਦਾ ਕਿ ਇਹਦੇ ਵਿੱਚ ਤੁਹਾਨੂੰ ਰਾਤ ਨੂੰ ਆ ਕੇ ਨਾ ਤਾਂ ਮੱਛਰ ਲੜਾਉਣਾ ਪੈਣਾ ਹੈ ਨਾ ਪਾਣੀ ਦੇਣਾ ਪੈਣਾ, ਕਿਉਂਕਿ ਦਿਨ ਦੇ ਟਾਈਮ ਹਰ ਦਿਨ ਧੁੱਪ ਚੜ੍ਹਨੀ ਹੈ, ਕੁਦਰਤ ਨੇ ਬਖਸ਼ੀ ਇਹ ਚੀਜ਼, ਔਰ ਹਰ ਟਾਈਮ ਤੁਹਾਡੇ ਕੋਲ ਬਿਜਲੀ ਅਵੇਲੇਬਲ ਹੋਣੀ ਹੈ। ਤੁਸੀਂ PSPCL ਤੇ ਡਿਪੈਂਡੈਂਟ ਨਹੀਂ ਹੈਗੇ ਕਿ 8 ਘੰਟੇ ਅੱਜ ਰਾਤ ਨੂੰ ਆਏਗੀ ਜੀ, ਅੱਜ ਦਿਨ ਤੇ ਆਏਗੀ। ਦਿਨੇ ਆਓ ਔਰ ਮਜ਼ੇ ਨਾਲ ਆਪਣਾ ਜੋ ਵੀ ਪਾਣੀ ਕਰਨਾ ਪਾਣੀ ਲਾਓ, ਵੱਟ ਬੰਨਾ ਛਾਂਗੋ, ਔਰ ਸ਼ਾਮ ਨੂੰ ਮਜ਼ੇ ਨਾਲ ਆਪਣੇ ਘਰ ਜਾਓ। ਕੋਈ ਮੱਛਰ ਨਹੀਂ ਲੜਾਉਣਾ, ਕੋਈ ਰਾਤ ਨੂੰ ਵੇਟ ਨਹੀਂ ਕਰਨੀ ਬਿਜਲੀ ਦੀ। ਨਵਤੇਜ ਜੀ, ਤੁਸੀਂ ਇਸ ਫੀਲਡ ਨਾਲ ਸੰਬੰਧਿਤ ਹੋ, ਟੈਕਨੀਕਲ ਫੀਲਡ ਨਾਲ ਸੰਬੰਧਿਤ ਹੋ, ਤੁਹਾਨੂੰ ਇਸ ਚੀਜ਼ ਦੀ ਪਛਾਣ ਆ ਜਾਂਦੀ ਹੈ ਕਿ ਇਹ ਆ A ਗ੍ਰੇਡ ਦਾ ਮਟੀਰੀਅਲ ਹੈ, ਆ B ਗ੍ਰੇਡ ਦਾ ਮਟੀਰੀਅਲ ਹੈ, ਆ C ਗ੍ਰੇਡ ਦਾ ਮਟੀਰੀਅਲ ਹੈ। ਪਰ ਇੱਕ ਕਿਸਾਨ ਲਈ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਉਹ ਪਛਾਣੇ ਕਿੱਦਾਂ ਕਿ ਕਿਹੜੀ ਗ੍ਰੇਡ ਦਾ ਮਟੀਰੀਅਲ ਵਰਤਿਆ ਜਾ ਰਿਹਾ ਹੈ। ਜੀ, ਮੈਂ ਇੱਥੇ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗਾ ਕਿਉਂਕਿ ਕੁਝ ਲੋਕ ਜਿਹੜੇ ਆ ਉਹ ਬ੍ਰਾਂਡ ਚੀਜ਼ਾਂ ਨਾਲ ਜਾਂ ਬ੍ਰਾਂਡਡ ਚੀਜ਼ਾਂ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ। ਉਹ ਕਹਿ ਦਿੰਦੇ ਵੀ ਲੋੜ ਤੋਂ ਵੱਧ ਜਿਹੜੀਆਂ ਆ ਇਹ ਕੀਮਤ ਇਹਨਾਂ ਦੀ ਜ਼ਿਆਦਾ ਹੁੰਦੀ ਹੈ ਜਾਂ ਲੋੜ ਤੋਂ ਵੱਧ ਮਹਿੰਗੀਆਂ ਨੇ। ਪਰ ਜਦੋਂ ਕੋਈ ਇਦਾਂ ਦਾ ਪ੍ਰੋਡਕਟ ਇੰਸਟਾਲ ਕਰਨਾ ਹੋਵੇ ਤਾਂ ਇਹਦੇ ਵਿੱਚ ਇਹ ਹੁੰਦਾ ਆ ਵੀ ਕਿਸਾਨਾਂ ਨੂੰ ਹਮੇਸ਼ਾ ਜਿਹੜੇ ਬ੍ਰਾਂਡਡ ਪੈਨਲ ਆ ਉਹਨਾਂ ਨੂੰ ਹੀ ਪਿਓਰਟੀ ਦੇਣੀ ਚਾਹੀਦੀ ਹੈ, ਕਿਉਂਕਿ ਜਿਹੜੇ ਬ੍ਰਾਂਡਡ ਪੈਨਲ ਆ ਉਹ ਇੱਕ NTPC ਸੰਸਥਾ ਵੱਲੋਂ ਪਾਸ ਹੁੰਦੇ ਆ, ਉਹਦੇ ਨਾਲ ਇੱਕ ਟੈਸਟ ਰਿਪੋਰਟ ਲੱਗੀ ਹੁੰਦੀ ਆ ਬਕਾਇਦਾ, ਔਰ ਉਸ ਚੀਜ਼ ਦਾ ਕੰਪਨੀ ਉਹਨਾਂ ਨੂੰ ਪਾਸਿੰਗ ਕਰਾਉਣ ਲਈ ਗਵਰਨਮੈਂਟ ਨੂੰ ਪੇ ਕਰਦੀ ਹੈ। ਔਰ ਜਦੋਂ ਉਹ ਇਦਾਂ ਦੇ ਬ੍ਰਾਂਡਡ ਪੈਨਲ ਯੂਜ਼ ਕੀਤੇ ਜਾਣਗੇ ਉਹ ਹਮੇਸ਼ਾ ਉਹਨਾਂ ਦੀ ਜਿਹੜੀ ਲਾਈਫ ਆ 25 ਤੋਂ 50 ਸਾਲ ਈਜ਼ੀਲੀ ਜਿਹੜੀ ਉਹ ਹੈਗੀ ਹੈ ਤੁਹਾਡੀ ਇਨਵੈਸਟਮੈਂਟ ਜਿਹੜੀ ਪ੍ਰੋਪਰ ਤਰੀਕੇ ਨਾਲ ਸਹੀ ਜਗ੍ਹਾ ਤੇ ਲੱਗੀ ਹੈ। ਆਪਾਂ ਅੰਦਰ ਚੱਲ ਕੇ ਵੀ ਦੇਖਾਂਗੇ ਇਸ ਨੂੰ ਕਿ ਇਹ ਕਿਸ ਤਰ੍ਹਾਂ ਕੰਮ ਕਰਦੇ ਆ। ਕੈਮਰਾਮੈਨ ਮੈਂ ਕਹਾਂਗਾ ਕਿ ਅੰਦਰ ਨਾਲ ਜਾਵੇ ਤੇ ਦਿਖਾਵੇ ਇੱਥੇ ਤੁਸੀਂ ਪ੍ਰੋਜੈਕਟ ਜਿਹੜਾ ਯੂਜ਼ ਕੀਤਾ ਹੈ ਇਹ ਕਿਸ ਤਰ੍ਹਾਂ ਦੀ ਕੁਆਲਿਟੀ ਹੈ, ਇਹਦੇ ਵਿੱਚ ਯਾਨੀ ਕਿ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ। ਮੁੱਖ ਲੋੜ ਜਿਹੜੀ ਰਹੀ ਸੀਗੀ ਕਿ ਆਹ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ ਤੇ ਇਹ ਸਾਡਾ ਪ੍ਰੋਜੈਕਟ ਜਿਹੜਾ ਹੈ ਇੱਕ ਵਧੀਆ ਪ੍ਰੋਜੈਕਟ ਬਣ ਜਾਂਦਾ ਹੈ ਕਿਸਾਨ ਦਾ, ਕਿਉਂਕਿ ਖਰਚਾ ਲੱਖ ਤੋਂ 1.5 ਲੱਖ ਰੁਪਏ ਦਾ ਖਰਚਾ ਕਰਨਾ ਕੋਈ ਨਿੱਕੀ ਗੱਲ ਨਹੀਂ ਹੈ। ਬਿਲਕੁਲ ਜੀ। ਆਹ ਵਾਲਾ ਤੁਸੀਂ ਦਿਖਾਓ ਇੱਕ ਵਾਰ ਇਹਨਾਂ ਨੂੰ। ਇਹ ਜਿਹੜਾ ਪੈਨਲ ਹੈ ਇਹਦਾ ਕੀ ਕੰਮ ਹੈ, ਇਸ ਪੈਨਲ ਦੇ ਨਾਲ ਕਿਸ ਤਰ੍ਹਾਂ ਇਹ ਵਰਕ ਕਰਦਾ ਹੈ, ਔਰ ਕੀ ਇਸ ਪੈਨਲ ਦਾ ਇਸ ਪੈਨਲ ਦੇ ਵਿੱਚ ਵੀ ਕਿਸਾਨ ਨੂੰ ਕੀ ਚੀਜ਼ ਦੇਖਣ ਦੀ ਲੋੜ ਹੈ ਜ਼ਿਆਦਾ? ਸਰ ਸਿੰਪਲ ਭਾਸ਼ਾ ਦੇ ਵਿੱਚ ਇਹਨੂੰ ਸੋਲਰ ਪੰਪ ਕੰਟਰੋਲਰ ਪੈਨਲ ਕਹਿੰਦੇ ਨੇ। ਔਰ ਇਹ ਹਮੇਸ਼ਾ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗਾ ਕਿ ਕਿਸੇ ਨਾ ਕਿਸੇ ਕੰਪਨੀ ਦਾ, ਯਾਨੀ ਤੁਸੀਂ ਲੂਬੀ ਦਾ ਲੈ ਲਓ, ਤੁਸੀਂ L&T ਦਾ ਲੈ ਲਓ, ਤੁਸੀਂ ਕਿਸੇ ਵੀ ਚੰਗੇ ਬ੍ਰਾਂਡ ਦਾ ਲੈ ਸਕਦੇ ਹੋ, ਬਜਾਏ ਕਿ INVT ਜਾਂ ਸ਼ਕਤੀ ਜਾਂ ਕੁਝ ਅਦਰ ਦਾ ਮੇਰੇ ਖਿਆਲ ਨਾਲ ਤੁਹਾਨੂੰ ਨਹੀਂ ਲੈਣਾ ਚਾਹੀਦਾ। ਉਹ ਇਹਦੇ ਕੰਪੈਰੀਟਿਵ ਜਿਹੜਾ ਆ ਉਹ ਕਾਫੀ ਲੋ ਗ੍ਰੇਡ 'ਚ ਤਿਆਰ ਹੋਇਆ ਹੁੰਦਾ। ਔਰ ਇਹੀ ਜਿਹੜਾ ਮੇਨ ਇਹਦਾ ਆਪਰੇਸ਼ਨ ਆ ਪੈਨਲ ਆ, ਕਿਸਾਨ ਵੀਰਾਂ ਨੂੰ ਆਮ ਇਹ ਸਟਾਰਟਰ ਕਹਿ ਕੇ ਵੇਚਿਆ ਜਾਂਦਾ, ਔਰ ਕਿਸਾਨ ਵੀਰ ਇਸ ਧੋਖੇ 'ਚ ਰਹਿ ਜਾਂਦੇ ਆ ਕਿ ਜਿੱਦਾਂ ਆਪਾਂ ਨਾਰਮਲ ਮੋਟਰਾਂ ਦਾ ਸਟਾਰਟਰ ਲੈਂਦੇ ਆ ਉਹੀ ਇਹ ਸਟਾਰਟਰ ਆ, ਬਟ ਇਹ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਆ ਇਹਦੇ ਵਿੱਚ ਵਖਰੇਵਾਂ ਆ, ਔਰ ਇਹ ਬਹੁਤ ਜ਼ਿਆਦਾ ਇਹਦੇ ਵਿੱਚ ਕਹਿ ਲਓ ਸੇਫਟੀ ਆ, ਔਰ ਕਈ ਤਰ੍ਹਾਂ ਦੇ ਇਕਵਿਪਮੈਂਟ ਲੱਗੇ ਹੋਏ ਆ। ਇਹਦਾ ਟੈਕਨੀਕਲ ਨਾਮ ਜਿਹੜਾ ਆ ਉਹ VFD ਡਰਾਈਵ ਆ, ਯਾਨੀ ਵੇਰੀਏਬਲ ਫ੍ਰੀਕੁਐਂਸੀ ਡਰਾਈਵ ਇਹਨੂੰ ਕਹਿੰਦੇ ਆ। ਇਹਦਾ ਕੰਮ ਹੈਗਾ ਜੀ ਪੈਨਲਾਂ ਤੋਂ DC ਪਾਵਰ ਨੂੰ ਲੈ ਕੇ ਉਹਨੂੰ AC ਪਲਸ ਦੇ ਵਿੱਚ ਕਨਵਰਟ ਕਰਕੇ ਅਕੋਰਡਿੰਗ ਟੂ ਵੋਲਟੇਜ ਔਰ ਕਰੰਟ ਦੇ ਹਿਸਾਬ ਨਾਲ ਮੋਟਰ ਨੂੰ ਜਿਹੜਾ ਆ ਉਹਨੂੰ ਰੋਟੇਟ ਕਰਾਉਣਾ ਲੋ RPM ਜਾਂ ਹਾਈ RPM ਤੇ। ਜਿੱਦਾਂ ਦਾ ਧੁੱਪ ਤੋਂ ਇਨਪੁਟ ਮਿਲੇਗੀ, ਸੂਰਜ ਤੋਂ ਇਨਪੁਟ ਮਿਲੇਗੀ, ਉਸੇ ਤਰੀਕੇ ਨਾਲ ਮੋਟਰ ਨੂੰ ਆਊਟਪੁੱਟ ਦੇ ਕੇ ਉਹਦੀ ਸਪੀਡ ਨੂੰ ਕੰਟਰੋਲ ਕਰਵਾਏਗਾ ਇਹ। ਯਾਨੀ ਕਿ ਇਹਨੂੰ ਲੱਗਣ ਤੋਂ ਬਾਅਦ ਜਿਹੜਾ ਹੈ ਮੋਟਰ ਦੇ ਖਰਾਬ ਹੋਣ ਦਾ, ਸੜ ਜਾਣ ਦਾ ਜਿਹੜਾ ਹੈ ਚਾਂਸ ਉਹ ਨਹੀਂ ਰਹਿੰਦਾ ਕਿ ਜਾਂ ਰਹਿੰਦਾ ਹੈ ਚਾਂਸ ਇਹਦੇ ਨਾਲ? ਬਿਲਕੁਲ ਸਰ, ਅਗਰ ਇਹ ਪ੍ਰੋਜੈਕਟ ਜਿੱਥੇ VFD ਡਰਾਈਵ ਲੱਗੀ ਹੁੰਦੀ ਹੈ ਚੰਗੀਆਂ ਇੰਡਸਟਰੀਜ਼ ਦੇ ਵਿੱਚ ਵੀ, ਜਿੱਥੇ CNC ਮਸ਼ੀਨਾਂ ਕਰੋੜਾਂ ਰੁਪਏ ਦੀਆਂ ਆਉਂਦੀਆਂ, ਉਹਦੀ ਮੋਟਰ ਅਗਰ ਬਿਜਲੀ ਤੇ ਵੀ ਚੱਲਦੀ ਆ ਤਾਂ ਉੱਥੇ VFD ਡਰਾਈਵਸ ਜਿਹੜੀਆਂ ਸਪੈਸ਼ਲ ਲਗਾਈਆਂ ਜਾਂਦੀਆਂ ਉਹਦੀ ਪ੍ਰੋਟੈਕਸ਼ਨ ਵਾਸਤੇ ਕਿ ਉਹ ਜਿਹੜੀ ਆ ਉਹ ਡੈਮੇਜ ਨਾ ਹੋਵੇ ਜਾਂ ਉਹਦੀ ਸਪੀਡ ਨੂੰ ਅਸੀਂ ਈਜ਼ੀਲੀ ਤਰੀਕੇ ਨਾਲ ਕੰਟਰੋਲ ਕਰ ਸਕੀਏ। ਔਰ ਇਹਨੂੰ ਆਪਾਂ ਬਹੁਤ ਹੀ ਸੇਫ ਲੈ ਕੇ ਚੱਲ ਸਕਦੇ ਹਾਂ ਕਿ ਇਹ ਹਮੇਸ਼ਾ ਮੋਟਰ ਦੀ ਰਖਵਾਲੀ ਕਰੇਗਾ। ਇਹਦੇ ਨਾਲ ਸਾਰਾ ਕਿਸਾਨ ਨੇ ਇਹ ਸਾਰੀਆਂ ਚੀਜ਼ਾਂ ਕਰ ਲਈਆਂ, ਪਰ ਮੁੱਖ ਕਿਸਾਨ ਦੀ ਗੱਲ ਰਹਿ ਜਾਂਦੀ ਹੈ ਵਿੱਚ ਇਹਦੇ ਕਿ ਹੁਣ ਸਾਨੂੰ ਮੋਟਰ ਵੀ ਚੇਂਜ ਕਰਨੀ ਪਏ, ਕਿਉਂਕਿ ਲੱਖ ਤੋਂ 1.5 ਲੱਖ ਦਾ ਇਹ ਖਰਚਾ ਕੀਤਾ, ਜੇ ਕਿਸਾਨ ਨੂੰ ਮੋਟਰ ਵੀ ਬਦਲਣੀ ਹੁਣ ਜ਼ਰੂਰੀ ਹੈ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਸਪੀਡ ਘਟਦੀ ਵੱਧਦੀ ਹੈ, ਫਿਰ ਮੋਟਰ ਦਾ ਵੀ ਬਦਲਾਅ ਕਰਨਾ ਪੈਂਦਾ ਹੋਏਗਾ। ਹਾਂਜੀ ਸਰ, ਮੈਂ ਇਸੇ ਕਰਕੇ ਕਹਿ ਰਿਹਾ ਕਿ ਇਹ ਪ੍ਰੋਜੈਕਟ ਲਗਭਗ 1.5 ਲੱਖ ਤੋਂ ਲੈ ਕੇ 1,85,000 ਤੱਕ ਜਾਂਦਾ ਹੈ। ਇਨਕਲੂਡ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਿਸਾਨ ਦੀ ਪੁਰਾਣੀ ਮੋਟਰ ਨੂੰ ਨਾ ਚਲਾਇਆ ਜਾਵੇ ਇਹਦੇ ਉੱਪਰ, ਕਿਉਂਕਿ ਪੁਰਾਣੀਆਂ ਮੋਟਰਾਂ ਦੀ ਇੱਕ ਤਾਂ ਟੈਕਨੀਕ ਪੁਰਾਣੀ ਹੈ, ਉਹ ਦੂਸਰਾ ਉਹ ਕਈ ਵਾਰੀ ਰਿਵਾਈਂਡ ਹੋਈਆਂ ਹੁੰਦੀਆਂ ਜਾਂ ਉਹਨਾਂ ਦੇ ਬੈਰਿੰਗਾਂ ਦੇ ਸ਼ਾਫਟਾਂ ਦੇ ਸਾਈਜ਼ ਹੋਏ ਹੁੰਦੇ ਆ, ਔਰ ਪ੍ਰੋਪਰ ਕਰੰਟ ਲੋਡ ਤੋਂ ਜ਼ਿਆਦਾ ਮੰਗਦੀਆਂ ਨੇ। ਇਸ ਕਰਕੇ ਉਹ ਉਨੀ ਆਊਟਪੁੱਟ ਵਧੀਆ ਨਹੀਂ ਦੇ ਪਾਉਂਦੀਆਂ ਜਿੰਨੀ ਕਿ ਨਵੀਂ ਅੱਜ ਕੱਲ੍ਹ ਦੀ ਉન્નਤ ਮੋਟਰ ਦੇ ਪਾਉਂਦੀ ਹੈ।
ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤਿੰਨ ਚੀਜ਼ਾਂ, ਪੈਨਲ, ਸਟਾਰਟਰ ਔਰ ਮੋਟਰ ਜਿਹੜੀ ਆ ਉਹ ਹਮੇਸ਼ਾ ਜਿਹੜੀ ਆ ਆਪਸ ਕੰਪੈਟੀਬਿਲਿਟੀ ਦੇ ਤੌਰ ਤੇ ਜਿਹੜੇ ਪ੍ਰੋਡਕਟ ਆ ਉਹਨੂੰ ਕੰਪੈਟੀਬਿਲਿਟੀ ਦੇ ਆਧਾਰ ਤੇ ਹੀ ਉੱਥੇ ਇੰਸਟਾਲ ਕੀਤਾ ਜਾਵੇ ਤਾਂ ਕਿ ਵਧੀਆ ਐਫੀਸ਼ੀਐਂਸੀ। ਹੁਣ ਤੁਸੀਂ ਇੱਥੇ ਪ੍ਰੋਜੈਕਟ ਇੰਸਟਾਲ ਕੀਤਾ ਹੈ, ਕਿਸਾਨ ਦੀ ਮੋਟਰ ਚੇਂਜ ਕੀਤੀ ਹੋਣੀ ਹੈ ਜੀ, ਤੇ ਤੁਸੀਂ ਸਾਨੂੰ ਮੋਟਰ ਵੀ ਦਿਖਾਓ, ਕਿਹੜੀ ਮੋਟਰ ਦੀ ਵਰਤੋਂ ਜਿਹੜੀ ਹੈ ਤੁਸੀਂ ਇੱਥੇ ਕਰ ਰਹੇ ਆ। ਠੀਕ ਹੈ ਸਰ। ਸੋ ਦੋਸਤੋ ਇੱਥੇ ਦੱਸ ਦੇਣਾ ਜ਼ਰੂਰੀ ਸਮਝਦੇ ਆ, ਕੁਝ ਦਿਨ ਤੱਕ ਤੁਹਾਨੂੰ ਅਸੀਂ ਦੂਜਾ ਪ੍ਰੋਜੈਕਟ ਵੀ ਇਹਨਾਂ ਦਾ ਦਿਖਾਵਾਂਗੇ। ਇਹ ਘਰੇਲੂ ਪ੍ਰੋਜੈਕਟ ਤੇ ਵੀ ਕੰਮ ਕਰਦੇ ਨੇ, ਕਿਉਂਕਿ ਘਰੇਲੂ ਬਿਜਲੀ ਵੀ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ। ਘਰੇਲੂ ਬਿਜਲੀ ਦੇ ਵਿੱਚ ਵੀ ਇੱਕ ਮੁੱਖ ਲੋਡ ਦੇ ਤੌਰ ਤੇ ਸੋਲਰ ਪਾਵਰ ਜਿਹੜੀ ਹੈ ਉੱਭਰ ਕੇ ਸਾਹਮਣੇ ਆ ਰਹੀ ਹੈ। ਉਹ ਪ੍ਰੋਜੈਕਟ ਦੇ ਨਾਲ ਵੀ ਤੁਹਾਨੂੰ ਇਹਨਾਂ ਦੇ ਉਹ ਪ੍ਰੋਜੈਕਟ ਵੀ ਤੁਹਾਨੂੰ ਦਿਖਾਵਾਂਗੇ। ਸਰ ਇੱਥੇ ਹੀ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ, ਇੱਕ ਗੱਲ ਦੱਸਣੀ ਚਾਹਾਂਗਾ। ਕਈ ਕਿਸਾਨ ਵੀਰ ਇਵੇਂ ਦੇ ਆ ਕਿ ਜਿਹੜੇ ਜਿਨ੍ਹਾਂ ਦੀ ਰਿਹਾਇਸ਼ ਵੀ ਆਪਣੀ ਮੋਟਰ ਤੇ ਹੀ ਆ, ਯਾਨੀ ਬੈਕਾਂ ਦੇ ਵਿੱਚ ਹੀ ਆ, ਉੱਥੇ ਅਸੀਂ ਇਦਾਂ ਵੀ ਉਹਨਾਂ ਨੂੰ ਸਹੂਲਤ ਦੇ ਸਕਦੇ ਹਾਂ ਕਿ ਘਰ ਦੇ ਵਿੱਚ ਵੀ ਸੋਲਰ ਸਿਸਟਮ ਇਹਨਾਂ ਪੈਨਲਾਂ ਦੇ ਨਾਲ ਹੀ ਇੰਸਟਾਲ ਕਰ ਦਿੰਦੇ ਆ ਅਸੀਂ। ਉਹਦੇ ਨਾਲ ਬੈਨੀਫਿਟ ਕੀ ਹੁੰਦਾ, ਕਿਸਾਨ ਨੂੰ ਜਿੰਨੀ ਦੇਰ ਮੋਟਰ ਚੱਲ ਰਹੀ ਹੈ ਉਨੀ ਦੇਰ ਪੈਨਲ ਉਧਰ ਵਰਤੇ ਜਾਣਗੇ, ਔਰ ਜਦੋਂ ਮੋਟਰ ਬੰਦ ਕਰਦਾ ਆ ਕਿਸਾਨ, ਕਿਉਂਕਿ ਲੋੜ ਤੋਂ ਵੱਧ ਪਾਣੀ ਤਾਂ ਕਦੀ ਵੀ ਕਿਸਾਨ ਵੇਸਟ ਨਹੀਂ ਕਰਦਾ, ਔਰ ਜਦੋਂ ਪਾਣੀ ਦੀ ਨਹੀਂ ਜ਼ਰੂਰਤ ਮੋਟਰ ਬੰਦ ਹੈਗੀ ਹੈ, ਇਹਨਾਂ ਪੈਨਲਾਂ ਤੋਂ ਹੀ ਉਹਨਾਂ ਦੇ ਘਰ ਦੀ ਬਿਜਲੀ ਵੀ ਚੱਲਣੀ ਸਟਾਰਟ ਹੋ ਜਾਂਦੀ ਹੈ। ਇੱਕ ਵਧੀਆ ਪਲੱਸ ਬੈਨੀਫਿਟ ਹੈਗਾ ਔਰ ਘੱਟ ਰੇਟ ਦੇ ਵਿੱਚ ਇੰਸਟਾਲ ਹੋ ਜਾਂਦਾ ਹੈ। ਯਾਨੀ ਕਿ ਇੱਕ ਤੀਰ ਨਾਲ ਦੋ ਜਿਹੜੇ ਕਾਜ ਆ ਉਹ ਪੂਰੇ ਕਰਨੇ। ਬਿਲਕੁਲ ਜੀ। ਹੁਣ ਤੁਸੀਂ ਸਾਨੂੰ ਇਸ ਕਿਸਾਨ ਦੀ ਮੋਟਰ ਦਿਖਾਓ। ਇਸ ਕਿਸਾਨ ਦੀ ਜਿਹੜੀ ਮੋਟਰ ਹੈ ਉਹ ਵੀ ਚੇਂਜ ਕਰਨ ਦੀ ਲੋੜ ਪਈ ਹੈ ਤੁਹਾਨੂੰ, ਹੈ ਨਾ? ਠੀਕ ਹੈ ਜੀ। ਤੇ ਇਹਨੂੰ ਤੁਸੀਂ ਚੇਂਜ ਕੀਤਾ, ਹੁਣ ਇਹਦੇ ਕਿੰਨੇ ਹਾਰਸ ਪਾਵਰ ਦੀ ਇਹਦੇ ਮੋਟਰ ਲਗਾਈ ਹੈ ਔਰ ਕਿੰਨਾ ਕੁ ਪਾਣੀ ਜਿਹੜਾ ਪਾਣੀ ਦਾ ਫਲੋ ਦਿਨ ਦੇ ਸਮੇਂ ਜਿਹੜਾ ਰਹਿੰਦਾ ਹੈ ਕਿਸਾਨ ਦੀ ਮੋਟਰ ਤੋਂ? ਸਰ ਇਹ ਜਿਹੜੀ ਮੋਟਰ ਹੈ ਇੱਥੇ ਚੇਂਜ ਕਰਨ ਦੀ ਜ਼ਰੂਰਤ ਸਾਨੂੰ ਇਸ ਤਰ੍ਹਾਂ ਪਈ ਕਿ ਇਹ ਕਿਸਾਨ ਪਹਿਲਾਂ ਇੰਜਨ ਦੀ ਵਰਤੋਂ ਕਰਦੇ ਸਨ। ਜੀ ਜੀ। ਉਹਦੇ ਨਾਲ ਜਿਹੜਾ ਪਟੇ ਵਾਲਾ ਪੱਖਾ ਹੁੰਦਾ ਹੈ ਉਹਦੀ ਵਰਤੋਂ ਕੀਤੀ ਜਾਂਦੀ ਸੀ ਇਸ ਜਗ੍ਹਾ ਤੇ। ਠੀਕ ਹੈ ਜੀ। ਔਰ ਇਹਨਾਂ ਦਾ ਜਿਹੜਾ ਮੇਨ ਬੋਰ ਹੈਗਾ, ਬੋਰਵੈਲ ਹੈਗਾ, ਉਹ ਹੈਗਾ ਇਹਨਾਂ ਦਾ 5 ਇੰਚੀ ਦਾ। ਅੱਛਾ ਜੀ। ਔਰ ਜਿਹੜਾ ਇਹਨਾਂ ਦਾ ਆਊਟਪੁੱਟ ਪਾਣੀ ਹੈ, ਪਾਈਪ ਆ ਜਿਹਦੇ ਰਾਹੀਂ ਪਾਣੀ ਬਾਹਰ ਆਉਂਦਾ ਹੈ ਫਲੋ, ਉਹ 4 ਇੰਚੀ ਦਾ ਪਾਈਪ ਹੈ। ਔਰ ਇੱਥੇ ਅਸੀਂ ਜਿਹੜੀ ਮੋਟਰ ਚੇਂਜ ਕੀਤੀ ਆ, ਪੱਖੇ ਨੂੰ ਰਿਮੂਵ ਕਰਕੇ ਉਹ ਕੀਤੀ ਹੈਗੀ ਜੀ 3 HP ਦੀ ਮੋਟਰ ਹੈ, 3 ਫੇਸ ਮੋਟਰ ਹੈ। ਔਰ ਇਹ ਅਸੀਂ ਤੁਹਾਨੂੰ ਦਿਖਾ ਦਿੰਦੇ ਆ। ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਦਰਸ਼ਕਾਂ ਲਾਗੇ ਦਾ ਸ਼ਾਟ ਲੈਣ, ਕੈਮਰਾਮੈਨ ਲਾਗੇ ਦੇ ਸ਼ਾਟ ਨਾਲ ਦਿਖਾਉਣ ਇਹ ਮੋਟਰ ਦੇ ਵਿੱਚ ਜਿਹੜਾ ਚੇਂਜ ਅਪ ਕੀਤਾ ਗਿਆ ਹੈ। ਔਰ ਇੱਕ ਮੇਰੀ ਕਿਸਾਨ ਵੀਰਾਂ ਨੂੰ ਇੱਥੇ ਬੇਨਤੀ ਹੈ ਕਿ ਮੋਟਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਮੇਸ਼ਾ ਕਵਰ ਰਹਿਣੀ ਚਾਹੀਦੀ ਹੈ। ਮੋਟਰ ਦੀ ਲਾਈਫ ਇੱਥੇ ਹੋਰ ਕਿਸੇ ਤਰੀਕੇ ਨਾਲ ਡੈਮੇਜ ਨਹੀਂ ਹੋ ਸਕਦੀ। ਇਹ ਡੈਮੇਜ ਹੋਏਗੀ ਸਿਰਫ ਪਾਣੀ ਦੀ ਵਜ੍ਹਾ ਨਾਲ, ਜਾਂ ਫਿਰ ਇੱਕ ਕਿਸਾਨ ਵੀਰ ਨੇ ਇਹ ਵੀ ਗਲਤੀ ਕੀਤੀ ਸੀ ਕਿ ਮੋਟਰ ਨੂੰ ਇੰਨੀ ਬੁਰੀ ਤਰ੍ਹਾਂ ਕਵਰ ਕਰ ਦਿੱਤਾ ਸੀਗਾ ਕਿ ਉਹਦਾ ਹੀਟ ਨਿਕਲਣ ਦਾ ਕੋਈ ਸੋਰਸ ਨਹੀਂ ਰਿਹਾ ਸੀ। ਉਹ ਮੋਟਰ ਜਿਹੜੀ ਆ ਉਹ ਹੀਟ ਹੋ ਕੇ, ਓਵਰ ਹੀਟ ਹੋ ਕੇ ਜਿਹੜੀ ਉਹਦੀ ਵਾਈਂਡਿੰਗ ਆ ਉਹ ਖਰਾਬ ਹੋ ਗਈ ਸੀ। ਓਵਰ ਹੀਟ ਹੋ ਕੇ ਮੋਟਰ ਬਿਲਕੁਲ। ਯਾਨੀ ਕਿ ਕੁਝ ਚੀਜ਼ਾਂ ਦਾ ਧਿਆਨ ਦੇਣ ਦੀ ਲੋੜ ਹੈ। ਬਿਲਕੁਲ। ਪਰ ਜਿਸ ਤਰ੍ਹਾਂ ਇੱਥੇ ਅਸੀਂ ਦੇਖ ਰਹੇ ਹਾਂ ਕਿਸਾਨ ਨੂੰ, ਮੈਨੂੰ ਲੱਗਦਾ ਨਹੀਂ ਕਿ ਜ਼ਰੂਰਤ ਪਈ ਹੈ ਇਸ ਸਾਲ ਇੰਜਣ ਨੂੰ ਚਲਾਉਣ ਦੀ, ਕਿਉਂਕਿ ਇੰਜਣ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਇੰਜਣ ਤਾਂ ਬੰਦ ਹੀ ਰਿਹਾ ਹੈ। ਬਿਲਕੁਲ ਸਰ ਇਹ ਮੈਂ ਤੁਹਾਨੂੰ ਦੱਸਾਂਗਾ ਕਿ ਕਿਸਾਨ ਵੀਰ ਨੇ ਇੱਥੇ ਵੇਖੋ ਡੀਜ਼ਲ ਵਾਲਾ ਕੈਨ ਟੰਗਿਆ ਹੁੰਦਾ ਸੀਗਾ ਅੱਗੇ, ਹਾਂਜੀ, ਔਰ ਉਹ ਹੁਣ ਕੈਨ ਵੀ ਨਹੀਂ ਹੈ ਔਰ ਕੋਈ ਡੀਜ਼ਲ ਦੀ ਪਾਈਪ ਵੀ ਨਹੀਂ ਜਾ ਰਹੀ। ਇਤੋਂ ਇੱਕ ਤੈਅ ਹੁੰਦਾ ਹੈ ਕਿ ਐਵੀਡੈਂਸ ਆ ਪੱਕਾ ਕਿ ਕਿਸਾਨ ਨੇ ਇਸ ਵਾਰ ਝੋਨੇ ਦੇ ਸੀਜ਼ਨ 'ਚ ਇੰਜਨ ਨਹੀਂ ਚਲਾਇਆ। ਬਿਲਕੁਲ ਉਹਨੂੰ ਲੋੜ ਹੀ ਨਹੀਂ ਪਈ ਜੀ। ਪਾਣੀ ਦਾ ਫਲੋ ਕਿੰਨਾ ਕੁ ਰਹਿ ਜਾਂਦਾ, ਕਿਉਂਕਿ ਪਾਣੀ ਦਾ ਫਲੋ ਹੁਣ ਆਪਾਂ ਮੰਨਦੇ ਆ, ਕਹਿ ਦਿੰਦੇ ਆ ਕਿ ਦੁਪਹਿਰ ਦੇ ਸਮੇਂ ਪਾਣੀ ਦਾ ਫਲੋ ਪੂਰਾ ਹੋ ਗਿਆ। ਪਾਣੀ ਦਾ ਫਲੋ ਕਿੰਨਾ ਕੁ ਰਹਿ ਜਾਂਦਾ? ਆਪਾਂ ਇੱਕ ਵਾਰ ਮੋਟਰ ਚਲਾ ਕੇ ਵੀ ਦੇਖੀਏ। ਜ਼ਰੂਰ ਸਰ, ਮੈਂ ਮੋਟਰ ਆਨ ਕਰਦਾ ਹਾਂ, ਤੁਸੀਂ 2 ਮਿੰਟ ਬਸ ਵੇਟ ਕਰੋ। ਕੈਮਰਾਮੈਨ ਨੂੰ ਕਹਾਂਗਾ ਕੁਝ ਬੱਚੇ ਆ। ਦੋਸਤੋ ਗਏ ਨੇ ਨਵਤੇਜ ਜੀ ਆਪਣਾ ਮੋਟਰ ਨੂੰ ਚਲਾਉਣ ਵਾਸਤੇ। ਨਵਤੇਜ ਜੀ ਮੋਟਰ ਚਲਾਓ ਜਰਾ, ਦੇਖੀਏ ਕਿੰਨਾ ਕੁ ਫਲੋ ਪਾਣੀ ਦਾ ਬਣਦਾ ਹੈ। ਸੋ ਚਲਾ ਦਿੱਤੀ ਹੈ ਮੋਟਰ ਉਹਨਾਂ ਨੇ, ਔਰ ਤੁਹਾਨੂੰ ਮੈਂ ਦੱਸ ਦਿਆਂ ਇਹ ਸੋਲਰ ਪੈਨਲ ਤੇ ਹੀ ਮੋਟਰ ਨੂੰ ਚਾਲੂ ਕੀਤਾ ਗਿਆ ਵਾ। ਇੱਥੇ ਕਿਤੇ ਵੀ ਬਿਜਲੀ ਸਪਲਾਈ ਨਹੀਂ ਪਹੁੰਚਦੀ, ਕਿਉਂਕਿ ਮੰਡ ਦਾ ਖੇਤਰ ਹੋਣ ਦਾ ਕਰਕੇ ਬਿਜਲੀ ਸਪਲਾਈ ਇੱਥੇ ਜ਼ਿਆਦਾ ਹੁੰਦੀ ਹੈ। ਮੈਂ ਕੈਮਰਾਮੈਨ ਨੂੰ ਕਹਾਂਗਾ ਲਾਗੇ ਆ ਕੇ ਥੋੜਾ ਦਿਖਾਵੇ। ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹਾਂਗਾ 4 ਦਾ ਪਾਈਪ ਹੈ, ਔਰ 4 ਦਾ ਪਾਈਪ ਇਸ ਟਾਈਮ ਜਿਹੜਾ ਫੁੱਲ ਫਲੋ ਦੇ ਨਾਲ ਆ ਰਿਹਾ ਹੈ। ਸੋ ਕਿਸਾਨ ਵੀਰਾਂ ਦੇ ਸਮਝਣ ਵਾਲੀ ਗੱਲ ਹੈ, ਧਿਆਨ ਦੇਣ ਵਾਲੀ ਗੱਲ ਹੈ ਕਿ ਇੱਕ ਸਮੇਂ ਦੇ ਵਿੱਚ ਪੂਰਾ ਪਾਣੀ ਦਾ ਫਲੋ ਜਿਹੜਾ ਹੈ ਮੋਟਰ ਦਾ ਉਹ ਚੱਲ ਰਿਹਾ ਹੈ। ਹੁਣ ਦੁਪਹਿਰ ਦੇ ਕੋਈ 12 ਕੁ ਵਜੇ ਨੇ, 12 ਵਜੇ ਦੇ ਕਰੀਬ ਜਿਹੜਾ ਪਾਣੀ ਧੁੱਪ ਪੂਰੀ ਹੋਈ ਹੈ ਔਰ ਪੂਰਾ ਪਾਣੀ ਦਾ ਫਲੋ ਹੈ। ਇਹ ਜਿਹੜਾ ਫਲੋ ਹੈ ਇਹ ਸ਼ਾਮ ਇਹਨਾਂ ਦੇ ਦੱਸਣ ਮੁਤਾਬਕ 4 ਵਜੇ ਤੱਕ ਇਸ ਤਰ੍ਹਾਂ ਹੀ ਪਾਣੀ ਦਾ ਫਲੋ ਲਗਾਤਾਰ ਰਹਿਣਾ ਹੈ। ਔਰ ਇੰਨਾ ਪਾਣੀ ਦਾ ਫਲੋ ਜਿਹੜਾ ਹੈ ਇੱਕ ਬਿਜਲੀ ਵਾਲੀ ਮੋਟਰ ਦੇ ਬਰਾਬਰ ਜਿੰਨਾ ਹੀ ਜਿਹੜਾ ਹੈ ਪਾਣੀ ਦਾ ਫਲੋ ਹੈ ਆਉਂਦਾ ਹੈ ਇਹਦਾ। ਸੋ ਆਪਾਂ ਫਿਲਹਾਲ ਮੋਟਰ ਨੂੰ ਬੰਦ ਕਰਾਉਂਦੇ ਆ, ਕਿਉਂਕਿ ਹੁਣ ਮੋਟਰ ਨੂੰ ਚਲਾਉਣ ਦੀ ਲੋੜ ਕੋਈ ਨਹੀਂ ਹੈਗੀ। ਆਪਾਂ ਜਸਟ ਇੱਕ ਵਾਰੀ ਚਲਵਾ ਕੇ ਦੇਖੀ ਸੀ। ਤੁਸੀਂ ਭਾਜੀ ਮੋਟਰ ਬੰਦ ਕਰ ਦਿਓ। ਤੇ
ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਇਹ ਵੀ ਦਿਖਾ ਦੇ, ਇੱਥੇ ਕੋਈ ਵੀ ਬਿਜਲੀ ਸਪਲਾਈ ਦਾ ਕਨੈਕਸ਼ਨ ਨਹੀਂ ਪਹੁੰਚਦਾ ਕਿਉਂਕਿ PSPCL ਵੱਲੋਂ ਇੱਥੇ ਬਿਜਲੀ ਸਪਲਾਈ ਨਹੀਂ ਕਰਵਾਈ ਗਈ ਕਿਉਂਕਿ ਮੰਡ ਦਾ ਖੇਤਰ ਹੋਣ ਦਾ ਖੇਤਰ ਹੋਣ ਦੇ ਕਰਕੇ ਕਿਸਾਨ ਨੂੰ ਜਿਹੜਾ ਹੈ ਕਨੈਕਸ਼ਨ ਨਹੀਂ ਮਿਲਿਆ ਅਜੇ। ਕਿਸਾਨ ਜਿਹੜੇ ਨੇ ਇੰਜਣ ਦੇ ਨਾਲ ਹੀ ਜਿਹੜਾ ਹੈ ਆਪਣਾ ਖੇਤੀ ਦਾ ਜਿਹੜਾ ਮੁੱਖ ਕੰਮ ਹੈ, ਖੇਤੀ ਦੀ ਮੁੱਖ ਲੋੜ ਹੈ, ਜਿਹੜੀ ਪਾਣੀ ਦੀ ਮੁੱਖ ਲੋੜ ਹੈ ਉਹ ਪੂਰੀ ਕਰਦੇ ਨੇ। ਯਾਨੀ ਕਿ ਇੱਥੇ ਕਿਸਾਨਾਂ ਨੂੰ ਇੱਕ ਮੋਟਾ ਖਰਚਾ ਜਿਹੜਾ ਸੀਗਾ ਉਹ ਡੀਜ਼ਲ ਦੇ ਰੂਪ ਦੇ ਵਿੱਚ ਭਰਨਾ ਪੈਂਦਾ ਸੀ, ਜਿਹੜਾ ਕਿ ਉਹਨਾਂ ਦਾ ਇੱਕ ਮੋਟਾ ਆਰਥਿਕ ਨੁਕਸਾਨ ਕਰਦਾ ਸੀ। ਪਰ ਉਸ ਸਮੱਸਿਆ ਦਾ ਇੱਕ ਵਾਰੀ ਦੀ ਇਨਵੈਸਟਮੈਂਟ ਦੇ ਨਾਲ ਜਿਹੜਾ ਹੈ ਉਹ ਹੱਲ ਹੋ ਗਿਆ ਔਰ ਕਿਸਾਨਾਂ ਨੂੰ ਇੱਕ ਪੰਜਵਾਰ ਲਗਾਤਾਰ ਖਰਾਬ ਨਾ ਹੋਣ ਵਾਲਾ ਸਿਸਟਮ ਜਿਹੜਾ ਹੈ ਉਹ ਮਿਲਿਆ। ਨਤੇ ਕਿ ਜਿਸ ਤਰ੍ਹਾਂ ਬਦਲਵਾਈ ਹੋ ਜੇ, ਧੁੱਪ ਨਹੀਂ ਮਿਲ ਰਹੀ ਤੇ ਤਾਂ ਵੀ ਕੀ ਇਹ ਮੋਟਰ ਚਲਾ ਦਿੰਦਾ ਹੈ ਪੈਨਲ ਕਿ ਜਾਂ ਉਸ ਸਮੇਂ ਬਿਲਕੁਲ ਬੇਕਾਰ ਹੋ ਜਾਂਦੀ ਹੈ ਫਿਰ ਪੈਨਲ? ਸਰ ਚਲਾਉਂਦਾ ਤਾਂ ਹੈਗਾ ਆ ਪਰ ਪਾਣੀ ਕਾਫੀ ਘੱਟ ਹੁੰਦਾ ਹੈ। ਕਹਿਣ ਦਾ ਮਤਲਬ ਜੇ 3 ਦੀ ਮੋਟਰ ਆ ਤੇ ਤੁਸੀਂ ਆਸ ਕਰ ਸਕਦੇ ਹੋ ਕਿ ਜਿੱਦਾਂ ਘਰ ਦੇ ਵਿੱਚ ਆਪਣੇ ਸਮਰਸੀਬਲ ਮੋਟਰ ਹੁੰਦੀ ਹੈ, ਜਿੰਨਾ ਕੁ ਪਾਣੀ ਉਹਦਾ ਹੋਏਗਾ ਉਨਾ ਕੁ ਪਾਣੀ ਇਹ ਦੇਵੇਗੀ ਉਸ ਟਾਈਮ ਤੇ। ਔਰ ਵੈਸੇ ਵੀ ਚਲੋ ਜਦੋਂ ਬੱਦਲਵਾਈ ਹੁੰਦੀ ਹੈ ਕਿਸਾਨਾਂ ਨੂੰ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਜ਼ਰੂਰਤ ਨਹੀਂ ਹੁੰਦੀ ਮੋਟਰ ਦੀ। ਜੀ ਅਗਰ ਕਿਤੇ ਜ਼ਰੂਰਤ ਪੈਂਦੀ ਵੀ ਆ ਤਾਂ ਫਿਰ ਇਹ ਲਾਗੇ ਬੰਨਿਓ ਜਿਵੇਂ ਇੰਜਣ ਹੈਗਾ ਇੱਕ ਅੱਧਾ, ਜੇ ਜ਼ਿਆਦਾ ਇਹਨਾਂ ਨੂੰ ਦਿੱਕਤ ਆਵੇ ਤਾਂ ਫਿਰ ਛੱਡ ਵੀ ਸਕਦੇ ਨੇ। ਪਰ ਮੋਸਟਲੀ ਅਸੀਂ ਇਹ ਸਰਵੇ ਕੀਤਾ ਆ ਕਿ ਜਿੱਥੇ ਚੰਗੇ ਤਰੀਕੇ ਦਾ ਕੰਮ ਹੋਇਆ ਆ ਉੱਥੇ ਕਦੀ ਵੀ ਪੈਲੀ ਦੇ ਮੁਤਾਬਕ ਮੋਟਰ ਚੁਣੀ ਗਈ ਹੈ ਜਾਂ ਬੋਰਵੈਲ ਚੁਣਿਆ ਗਿਆ ਆ ਤੇ ਚੰਗੇ A ਗ੍ਰੇਡ ਪਲੱਸ ਮਟੀਰੀਅਲ ਦਾ ਕੰਮ ਹੋਇਆ, ਉੱਥੇ ਕਦੀ ਵੀ ਕਿਸਾਨ ਵੀਰ ਨੂੰ ਜ਼ਰੂਰਤ ਨਹੀਂ ਪਈ ਕਿ ਉਹ ਕਿਸੇ ਹੋਰ ਸਾਧਨ ਤੇ ਨਿਰਭਰ ਹੋਵੇ ਜਾਂ ਫਿਰ ਬਦਲਵਾਈ ਦੇ ਕਾਰਨ ਕਰਕੇ ਉਹਦੀ ਜਿਹੜੀ ਖੇਤੀ ਆ ਉਹਦੀ ਸਿੰਚਾਈ ਰਹਿ ਗਈ ਹੋਵੇ। ਸੋ ਇਹਨਾਂ ਦੀ ਫਰਮ ਦਾ ਨੰਬਰ ਜਿਹੜਾ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ, ਸਕਰੀਨ ਤੇ ਵੀ ਫਲੈਸ਼ ਕਰ ਦਿੱਤਾ ਜਾਏਗਾ। ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਸ਼ੰਕਾ ਹੋਵੇ ਤਾਂ ਇਹ ਤੁਹਾਡਾ ਉਹ ਸ਼ੰਕਾ ਦੂਰ ਕਰਨਗੇ। ਤੁਸੀਂ ਇਹਨਾਂ ਨੂੰ ਕਿਸੇ ਵੀ ਸਮੇਂ ਸੰਪਰਕ ਕਰਕੇ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕਰ ਸਕਦੇ ਹੋ। ਸਾਡਾ ਮੁੱਖ ਮਕਸਦ ਇਹੀ ਸੀ ਕਿ ਕਿਸਾਨ ਵੀਰਾਂ ਨੂੰ ਇੱਕ ਕਲੀਨ એનર્ਜੀ, ਗ੍ਰੀਨ એનર્ਜੀ ਜਿਹਨੂੰ ਪ੍ਰਮੋਟ ਕੀਤਾ ਜਾਂਦਾ ਹੈ, ਅਸੀਂ ਕਿਸਾਨ ਵੀਰਾਂ ਦੀ ਇੱਕ ਮੁੱਖ ਸਮੱਸਿਆ ਨੂੰ ਦਿਖਾ ਸਕੀਏ ਕਿ ਉਹਨਾਂ ਦੀ ਇਹ ਸਮੱਸਿਆ ਦਾ ਕੀ ਹੱਲ ਹੋ ਸਕਦਾ ਹੈ। ਕਿਉਂਕਿ ਅੱਜ ਦੇ ਵੇਲੇ ਦੇ ਵਿੱਚ ਕਿਸਾਨ ਵੀਰ ਲਈ ਨਵਾਂ ਕਨੈਕਸ਼ਨ ਲੈਣਾ ਇੱਕ ਬੜਾ ਵੱਡਾ ਝਮੇਲਾ ਹੁੰਦਾ ਹੈ ਔਰ ਇੱਕ ਖਰਚੇ ਦਾ ਕੰਮ ਹੁੰਦਾ ਹੈ। ਔਰ ਛੋਟੀ ਜਿਹਦੇ ਕੋਲ ਥੋੜੀ ਖੇਤੀ ਹੈ, ਛੋਟੀ ਖੇਤੀ ਹੈ, ਥੋੜੀ ਜ਼ਮੀਨ ਵਾਲੇ ਕਿਸਾਨ ਲਈ ਬਿਜਲੀ ਕਨੈਕਸ਼ਨ ਲੈਣਾ ਕਾਫੀ ਇੱਕ ਮਹਿੰਗਾ ਸੌਦਾ ਸਾਬਤ ਹੋ ਜਾਂਦਾ ਹੈ। ਉੱਥੇ ਹੀ ਇੱਕ ਵਾਰ ਦਾ ਖਰਚਾ 25 ਸਾਲ ਦੀ ਗਾਰੰਟੀ ਇਹਨਾਂ ਨੇ ਸਾਨੂੰ ਦੱਸੀ ਸੀ ਕਿ 25 ਸਾਲ ਜਿਹੜੀ ਹੈ ਕੰਪਨੀ ਗਾਰੰਟੀ ਦਿੰਦੀ ਹੈ ਕਿ 25 ਸਾਲ ਇਹ ਵਰਕ ਕਰਨਗੇ ਔਰ 25 ਸਾਲ ਇੱਕ ਬੜਾ ਲੰਬਾ ਸਮਾਂ ਹੁੰਦਾ। ਇਸ ਦੌਰਾਨ ਕਿਸਾਨ ਦੇ ਜਿਹੜਾ ਲਾਇਆ ਹੋਇਆ ਪੈਸਾ ਹੈ ਉਹ ਕਿਤੇ ਨਾ ਕਿਤੇ ਪੂਰਾ ਹੋ ਚੁੱਕਾ ਹੁੰਦਾ ਹੈ। ਸੋ ਤੁਸੀਂ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਹਨਾਂ ਦਾ ਸੰਪਰਕ ਨੰਬਰ ਮਿਲ ਜਾਏਗਾ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਇਨਕਲਾਬ ਮੀਡੀਆ ਦੇਖਦੇ ਰਹੋ, ਅਜਿਹੇ ਹੀ ਤੁਹਾਡੀ ਜ਼ਰੂਰਤ ਦੇ, ਤੁਹਾਡੀ ਲੋੜ ਦੇ ਜਿਹੜੇ ਮੁੱਦੇ ਨੇ ਉਹ ਲੈ ਕੇ ਅਸੀਂ ਤੁਹਾਡੇ ਸਾਹਮਣੇ ਆਉਂਦੇ ਰਵਾਂਗੇ। ਸੋ ਜੇ ਤੁਹਾਨੂੰ ਸਾਡਾ ਕੰਮ ਵਧੀਆ ਲੱਗਾ ਹੋਵੇ, ਤੁਹਾਨੂੰ ਸਾਡੀ ਮਿਹਨਤ ਵਧੀਆ ਲੱਗੀ ਹੋਵੇ ਤੇ ਕਿਰਪਾ ਸਾਡਾ ਜਿਹੜਾ ਚੈਨਲ ਹੈ ਉਹਨੂੰ ਤੁਸੀਂ ਸਬਸਕ੍ਰਾਈਬ ਕਰੋ, ਲਾਈਕ ਕਰੋ, ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਇਸ ਦੇ ਨਾਲ ਹੀ ਸਾਨੂੰ ਹੋਰ ਚੰਗਾ ਕੰਮ ਕਰਨ ਦਾ ਹੌਸਲਾ ਮਿਲਦਾ ਹੈ। ਮੈਂ ਪਲਵਿੰਦਰ ਸਿੰਘ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।